ਸਤਿ ਸ਼੍ਰੀ ਅਕਾਲ ਜੀ। ਦੁਪਹਿਰ ਦਾ 1 ਵਜਿਆ ਹੋਇਆ ਸੀ। ਅੱਜ ਫਿਰ ਮੇਰੀ ਭੈਣ ਰੋਂਦੀ ਹੋਏ ਮੇਰੇ ਘਰ ਆਈ ਸੀ। ਆਪਣੀ ਭੈਣ ਦੀ ਹਾਲਤ ਵੇਖ ਕੇ ਮੈਨੂੰ ਉਸ 'ਤੇ ਤਰਸ ਆ ਗਿਆ। ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਕੋਈ ਮੰਗਤੀ ਹੋਵੇ। ਉਹ ਪਹਿਲਾਂ ਤਾਂ ਅਜਿਹੀ ਨਹੀਂ ਸੀ। ਵਿਆਹ ਤੋਂ ਪਹਿਲਾਂ ਤਾਂ ਉਹ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੀ ਸੀ। ਅੱਜ ਫਿਰ ਮੇਰੀ ਭੈਣ ਨੂੰ ਉਸਦੇ ਪਤੀ ਨੇ ਬਿਨਾਂ ਕਿਸੇ ਕਾਰਨ ਦੇ ਮਾਰਿਆ ਸੀ। ਉਹ ਰੋਂਦੇ ਹੋਏ ਮੈਨੂੰ ਆਪਣੇ ਦੁੱਖੜੇ ਸੁਣਾ ਰਹੀ ਸੀ। ਉਹ ਕਹਿ ਰਹੀ ਸੀ, ਮੈਨੂੰ ਰੋਜ਼-ਰੋਜ਼ ਤੇਰੇ ਘਰ ਆਉਣਾ ਚੰਗਾ ਨਹੀਂ ਲੱਗਦਾ, ਪਰ ਮੈਂ ਕੀ ਕਰਾਂ, ਮੈਂ ਮਜਬੂਰ ਹਾਂ। ਮੈਂ ਉਸ ਨੂੰ ਕਿਹਾ, ਤੂੰ ਚਿੰਤਾ ਨਾ ਕਰ, ਮੈਂ ਆਪਣੇ ਪਤੀ ਨਾਲ ਗੱਲ ਕਰਾਂਗੀ। ਉਹ ਤੇਰੇ ਪਤੀ ਨੂੰ ਸਮਝਾ ਦੇਣਗੇ। ਹੋ ਸਕਦਾ ਹੈ ਉਸ ਨੂੰ ਅਕਲ ਆ ਜਾਵੇ। ਬਸ ਤੂੰ ਚਿੰਤਾ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ। ਫਿਰ ਕੁਝ ਸੋਚਣ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੇ ਪਤੀ ਤੋਂ ਤਲਾਕ ਕਿਉਂ ਨਹੀਂ ਲੈ ਲੈਂਦੀ, ਉਸ ਤੋਂ ਆਪਣੀ ਜਾਨ ਛੁਡਾ ਲੈ। ਅਜਿਹੇ ਇਨਸਾਨ ਨਾਲ ਰਹਿਣ ਦਾ ਕੀ ਫਾਇਦਾ, ਜਿਸ ਨੇ ਮਾਰਕੁੱਟ ਤੋਂ ਸਿਵਾ ਹੋਰ ਕੁਝ ਦਿੱਤਾ ਹੀ ਕੀ ਹੈ। ਮੇਰੀ ਭੈਣ ਨੇ ਬੜੀ ਅਜੀਬ ਨਜ਼ਰ ਨਾਲ ਮੇਰੇ ਵੱਲ ਵੇਖਿਆ। ਫਿਰ ਕਹਿਣ ਲੱਗੀ ਕਿ ਮੈਂ ਤਲਾਕ ਲੈ ਕੇ ਜਾਵਾਂਗੀ ਕਿੱਥੇ, ਆਪਣੇ ਮਾਂ-ਪਿਓ ਵੀ ਜਿਉਂਦੇ ਨਹੀਂ ਹਨ। ਮੈਂ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਈ। ਮੈਂ ਕਿਹਾ, ਚੱਲ ਆ ਆਪਾਂ ਖਾਣਾ ਖਾਂਦੇ। ਰਸੋਈ ਵਿੱਚ ਮੇਰੇ ਪਤੀ ਵੀ ਦੁਪਹਿਰ ਦਾ ਖਾਣਾ ਖਾਣ ਲਈ ਘਰ ਆ ਗਏ। ਉਹ ਕਹਿਣ ਲੱਗੇ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ, ਤੇਰੀ ਭੈਣ ਫਿਰ ਆਈ ਹੋਈ ਹੈ। ਮੈਂ ਕਿਹਾ, ਹੌਲੀ ਬੋਲੋ, ਜੇ ਉਸਨੇ ਸੁਣ ਲਿਆ ਤਾਂ ਉਸ ਨੂੰ ਬੁਰਾ ਲੱਗੇਗਾ। ਮੇਰੇ ਪਤੀ ਹੋਰ ਜ਼ਿਆਦਾ ਗੁੱਸੇ ਨਾਲ ਬੋਲੇ, ਉਸ ਦੀਆਂ ਕਰਤੂਤਾਂ ਸਹੀ ਨਹੀਂ ਹਨ, ਇਸ ਲਈ ਆਪਣੇ ਪਤੀ ਤੋਂ ਕੁੱਟ ਖਾਂਦੀ ਆ। ਮੈਂ ਆਪਣੇ ਪਤੀ ਨੂੰ ਕਿਹਾ ਕਿ ਸਾਰੇ ਮਰਦ ਤੁਹਾਡੇ ਵਰਗੇ ਨਹੀਂ ਹੁੰਦੇ, ਦੁਨੀਆ ਵਿੱਚ ਬੁਰੇ ਲੋਕ ਵੀ ਹਨ। ਮੇਰੀ ਗੱਲ ਸੁਣ ਕੇ ਉਹ ਚੁੱਪ ਕਰ ਗਏ। ਮੈਂ ਜਦੋਂ ਖਾਣਾ ਲੈ ਕੇ ਆਈ ਤਾਂ ਮੇਰੀ ਭੈਣ ਮੇਰੇ ਪਤੀ ਨੂੰ ਰੋ-ਰੋ ਕੇ ਆਪਣੇ ਦੁੱਖੜੇ ਸੁਣਾ ਰਹੀ ਸੀ। ਮੇਰਾ ਪਤੀ ਚੁੱਪਚਾਪ ਸਭ ਸੁਣ ਰਿਹਾ ਸੀ। ਖੈਰ, ਅਸੀਂ ਸਭ ਨੇ ਖਾਣਾ ਖਾਧਾ। ਮੇਰੇ ਪਤੀ ਆਫਿਸ ਚਲੇ ਗਏ। ਜਦੋਂ ਮੇਰੀ ਭੈਣ ਆਪਣੇ ਘਰ ਵਾਪਸ ਜਾਣ ਲੱਗੀ, ਮੈਂ ਉਸ ਨੂੰ ਕੁਝ ਪੈਸੇ ਦੇ ਦਿੱਤੇ। ਉਹ ਮਨਾ ਕਰ ਰਹੀ ਸੀ, ਪਰ ਮੈਂ ਜ਼ਬਰਦਸਤੀ ਉਸ ਨੂੰ ਪੈਸੇ ਦੇ ਦਿੱਤੇ। ਰਾਤ ਨੂੰ ਜਦੋਂ ਮੇਰੇ ਪਤੀ ਆਏ ਤਾਂ ਮੈਂ ਉਹਨਾਂ ਨਾਲ ਆਪਣੀ ਭੈਣ ਬਾਰੇ ਗੱਲ ਕੀਤੀ ਕਿ ਕੁਝ ਦਿਨਾਂ ਲਈ ਮੈਂ ਆਪਣੀ ਭੈਣ ਨੂੰ ਆਪਣੇ ਕੋਲ ਰੱਖ ਲਵਾਂ। ਇਹ ਸੁਣ ਕੇ ਮੇਰੇ ਪਤੀ ਨੂੰ ਬਹੁਤ ਗੁੱਸਾ ਆ ਗਿਆ। ਉਹ ਕਹਿਣ ਲੱਗੇ, ਹਰਗਿਜ਼ ਨਹੀਂ, ਤੇਰੀਆਂ ਅੱਖਾਂ ਤੇ ਭੈਣ ਦੇ ਪਿਆਰ ਦੀ ਪੱਟੀ ਬੰਨੀ ਹੋਈ ਆ। ਪਰ ਮੈਂ ਪੁਰਾਣੀਆਂ ਗੱਲਾਂ ਭੁੱਲ ਨਹੀਂ ਪਾਇਆ। ਤੂੰ ਵੀ ਕਦੇ-ਕਦੇ ਬੈਠ ਕੇ ਯਾਦ ਕਰ ਲਿਆ ਕਰ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਅੰਦਰ ਤੋਂ ਟੁੱਟ ਗਈ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਇਹ ਸੋਚਣ ਲਈ ਮਜਬੂਰ ਹੋ ਗਈ ਸੀ ਕਿ ਮੇਰੇ ਪਤੀ ਮੇਰੀ ਭੈਣ ਨਾਲ ਨਫ਼ਰਤ ਸਿਰਫ ਮੇਰੀ ਵਜ੍ਹਾ ਕਰਕੇ ਕਰਦੇ ਹਨ। ਮੈਨੂੰ ਕੀ ਜ਼ਰੂਰਤ ਸੀ ਆਪਣੇ ਪਤੀ ਸਾਹਮਣੇ ਸਭ ਕੁਝ ਖੋਲ੍ਹ ਕੇ ਰੱਖਣ ਦੀ। ਕਾਸ਼ ਮੈਂ ਆਪਣੀ ਭੈਣ ਦਾ ਰਾਜ ਆਪਣੇ ਕੋਲ ਹੀ ਰੱਖਿਆ ਹੁੰਦਾ ਤਾਂ ਅੱਜ ਸ਼ਾਇਦ ਇਹ ਸਭ ਨਾ ਹੁੰਦਾ। ਮੇਰੀ ਭੈਣ ਕਦੇ-ਕਦੇ ਮੇਰੇ ਘਰ ਆ ਜਾਂਦੀ, ਸਮਾਂ ਚੰਗਾ ਗੁਜ਼ਰ ਰਿਹਾ ਸੀ, ਪਰ ਮੈਂ ਆਪਣੀ ਭੈਣ ਲਈ ਕੁਝ ਨਹੀਂ ਕਰ ਪਾ ਰਹੀ ਸੀ। ਉਸਦੇ ਪਤੀ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਸੀ। ਫਿਰ ਮੇਰੇ ਪਤੀ ਨੂੰ 2 ਦਿਨ ਲਈ ਕਿਸੇ ਕੰਮ ਲਈ ਬਾਹਰ ਜਾਣਾ ਪਿਆ। ਇਹ ਪਹਿਲੀ ਵਾਰ ਹੋਇਆ ਸੀ ਕਿ ਮੈਨੂੰ ਆਪਣੇ ਪਤੀ ਤੋਂ ਬਿਨਾਂ ਰਹਿਣਾ ਪੈ ਰਿਹਾ ਸੀ। ਉਹਨਾਂ ਤੋਂ ਬਿਨਾਂ ਰਹਿਣਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ। ਸ਼ਾਮ ਨੂੰ ਮੇਰੀ ਭੈਣ ਮੈਨੂੰ ਮਿਲਣ ਆ ਗਈ। ਮੈਂ ਉਸ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਈ। ਉਸ ਦੇ ਵਾਲ ਖਿਲਰੇ ਹੋਏ ਸਨ, ਚਿਹਰੇ 'ਤੇ ਜ਼ਖਮਾਂ ਦੇ ਨਿਸ਼ਾਨ ਸਨ। ਉਹ ਮੈਨੂੰ ਕਹਿਣ ਲੱਗੀ ਕਿ ਮੇਰਾ ਘਰ ਖਰਾਬ ਹੋਣ ਤੋਂ ਬਚਾ ਲੈ, ਮੇਰਾ ਪਤੀ ਮੈਨੂੰ ਤਲਾਕ ਦੇਣਾ ਚਾਹੁੰਦਾ ਹੈ। ਮੈਂ ਕਿਹਾ, ਹੁਣ ਕੀ ਹੋਇਆ? ਤਾਂ ਉਹ ਕਹਿਣ ਲੱਗੀ ਕਿ ਮੈਨੂੰ ਨਾਸ਼ਤਾ ਬਣਾਉਣ ਵਿੱਚ ਦੇਰ ਹੋ ਗਈ, ਇਸ ਲਈ ਮੇਰੇ ਪਤੀ ਨੇ ਮੈਨੂੰ ਬਹੁਤ ਮਾਰਿਆ। ਹੁਣ ਉਹ ਮੈਨੂੰ ਤਲਾਕ ਦੇਣਾ ਚਾਹੁੰਦਾ ਹੈ। ਤੂੰ ਮੇਰੇ ਨਾਲ ਘਰ ਚੱਲ, ਉਸ ਨੂੰ ਸਮਝਾ। ਆਪਣੀ ਭੈਣ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਉਸ ਦਾ ਪਤੀ ਕਿੰਨਾ ਜ਼ਾਲਮ ਇਨਸਾਨ ਆ। ਇੰਨੀ ਕੁ ਗੱਲ 'ਤੇ ਕੌਣ ਤਲਾਕ ਦਿੰਦਾ ਆ? ਮੇਰਾ ਮਨ ਤਾਂ ਨਹੀਂ ਸੀ, ਉੱਪਰੋਂ ਸ਼ਾਮ ਦਾ ਸਮਾਂ, ਪਰ ਫਿਰ ਵੀ ਆਪਣੀ ਭੈਣ ਖਾਤਰ ਉਸ ਦੇ ਘਰ ਚਲੀ ਗਈ। ਮੈਂ ਆਪਣੀ ਭੈਣ ਦੇ ਘਰ ਪਹਿਲੀ ਵਾਰ ਆਈ ਸੀ। ਉਸ ਦਾ ਘਰ ਵੇਖ ਕੇ ਮੇਰਾ ਦਿਲ ਬਹੁਤ ਦੁਖੀ ਹੋ ਗਿਆ। ਮੈਂ ਸੋਚਣ ਲੱਗੀ ਕਿ ਇੰਨੇ ਛੋਟੇ ਘਰ ਵਿੱਚ ਉਹ ਕਿਸ ਤਰ੍ਹਾਂ ਰਹਿੰਦੀ ਹੋਵੇਗੀ। ਮੇਰੀ ਭੈਣ ਕਹਿਣ ਲੱਗੀ ਕਿ ਉਸ ਦਾ ਪਤੀ ਆਪਣੇ ਕਮਰੇ ਵਿੱਚ ਹੈ, ਤੂੰ ਅੰਦਰ ਚਲੀ ਜਾ। ਮੈਂ ਕਮਰੇ ਵਿੱਚ ਗਈ ਤਾਂ ਮੇਰਾ ਜੀਜਾ ਬਹੁਤ ਗੁੱਸੇ ਵਿੱਚ ਸੀ। ਜਦੋਂ ਉਹ ਮੇਰੇ ਵੱਲ ਵਧਿਆ ਤਾਂ ਮੇਰੀ ਤਾਂ ਰੂਹ ਕੰਬ ਗਈ। ਜਦੋਂ ਉਸਨੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਮੈਨੂੰ ਆਪਣਾ ਅਤੀਤ ਯਾਦ ਆ ਗਿਆ, ਜਦੋਂ ਮੇਰੀ ਭੈਣ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਮੈਂ ਰੋ-ਰੋ ਕੇ ਮਾਂ ਨੂੰ ਮਦਦ ਲਈ ਪੁਕਾਰ ਰਹੀ ਸੀ, ਪਰ ਮਾਂ ਵੀ ਬਹੁਤ ਗੁੱਸੇ ਵਿੱਚ ਸੀ। ਕਹਿਣ ਲੱਗੀ ਕਿ ਤੈਨੂੰ ਕਦੇ ਇਸ ਕਮਰੇ ਵਿੱਚੋਂ ਬਾਹਰ ਨਹੀਂ ਕੱਢੇਗੀ, ਤੂੰ ਸਾਡੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਕਿਹਾ, ਮੰਮੀ, ਇੰਨੀ ਵੀ ਵੱਡੀ ਗਲਤੀ ਨਹੀਂ ਆ, ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਤਾਂ ਕਰੋ। ਮੰਮੀ ਕਹਿਣ ਲੱਗੀ ਕਿ ਆਪਣੀ ਬਕਵਾਸ ਬੰਦ ਕਰ। ਜਦੋਂ ਪਾਪਾ ਘਰ ਆਏ ਤਾਂ ਮੇਰੀ ਭੈਣ, ਜੋ ਕਿ ਮੈਥੋਂ 3 ਸਾਲ ਵੱਡੀ ਸੀ,
ਉਹ ਪਾਪਾ ਨੂੰ ਮੇਰੇ ਬਾਰੇ ਕਹਿਣ ਲੱਗੀ ਕਿ ਮੈਂ ਉਹਨਾਂ ਦੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਮੰਮੀ ਨੇ ਮੇਰੀ ਭੈਣ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੇਰੀ ਭੈਣ ਕਿੱਥੇ ਹਟਣ ਵਾਲੀ ਸੀ। ਕਹਿਣ ਲੱਗੀ ਅੱਜ ਮੈਂ ਉਸ ਨੂੰ ਰੰਗੇ ਹੱਥੀਂ ਫੜ ਲਿਆ ਆ। ਮੈਨੂੰ ਇਹ ਸਭ ਬਰਦਾਸ਼ਤ ਨਹੀਂ ਸੀ, ਇਸ ਲਈ ਮੈਂ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਆ। ਉਸ ਵਰਗੀ ਔਲਾਦ ਨੂੰ ਤਾਂ ਮਰ ਹੀ ਜਾਣਾ ਚਾਹੀਦਾ ਆ। ਮੈਂ ਅੰਦਰ ਬੈਠੀ ਕੰਬ ਰਹੀ ਸੀ। ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਮੇਰੇ ਪਾਪਾ ਮੇਰੇ ਕੋਲ ਖੜੇ ਸਨ। ਪਾਪਾ ਨੇ ਮੈਨੂੰ ਪਾਣੀ ਪਿਲਾਇਆ। ਮੈਂ ਬਹੁਤ ਡਰੀ ਹੋਈ ਸੀ। ਪਾਪਾ ਕਹਿਣ ਲੱਗੇ ਕਿ ਹੁਣ ਤੂੰ ਦੱਸ ਕੀ ਗੱਲ ਆ। ਮੈਂ ਮੁਜਰਮਾਂ ਦੀ ਤਰ੍ਹਾਂ ਸਿਰ ਝੁਕਾਇਆ ਹੋਇਆ ਸੀ। ਮੈਂ ਫੁੱਟ ਕੇ ਰੋ ਪਈ। ਮੈਂ ਕਿਹਾ ਪਾਪਾ ਮੈਥੋਂ ਗਲਤੀ ਹੋ ਗਈ ਹੈ, ਮੈਂ ਬਹੁਤ ਸ਼ਰਮਿੰਦਾ ਹਾਂ। ਪਾਪਾ ਕਹਿਣ ਲੱਗੇ ਕਿ ਗੱਲ ਤਾਂ ਦੱਸ ਕੀ ਹੈ। ਮੈਂ ਕਿਹਾ ਪਾਪਾ ਮੈਂ ਫੇਸਬੁੱਕ 'ਤੇ ਇੱਕ ਮੁੰਡੇ ਨਾਲ ਗੱਲਾਂ ਕਰਨ ਲੱਗੀ ਹਾਂ। ਮੈਨੂੰ ਉਹ ਬਹੁਤ ਪਸੰਦ ਆ, ਉਹ ਵੀ ਮੈਨੂੰ ਬਹੁਤ ਪਸੰਦ ਕਰਦਾ ਆ। ਇਸ ਲਈ ਮੈਂ ਉਸ ਦਾ ਨੰਬਰ ਲੈ ਲਿਆ। ਉਸ ਨਾਲ ਫੋਨ 'ਤੇ ਗੱਲਾਂ ਕਰਨ ਲੱਗੀ ਸੀ। ਅੱਜ ਉਸ ਨੇ ਮੈਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਉਸ ਨੂੰ ਨੌਕਰੀ ਮਿਲ ਗਈ ਆ। ਪਰ ਜਦੋਂ ਉਸ ਨਾਲ ਗੱਲ ਕਰ ਰਹੀ ਸੀ ਤਾਂ ਦੀਦੀ ਨੇ ਮੈਨੂੰ ਵੇਖ ਲਿਆ ਤੇ ਮੇਰੇ ਹੱਥੋਂ ਫੋਨ ਖੋਹ ਲਿਆ ਤੇ ਮੁੰਡੇ ਦੀ ਆਵਾਜ਼ ਸੁਣੀ ਤਾਂ ਮੈਨੂੰ ਥੱਪੜ ਮਾਰ ਕੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਮੈਂ ਇਹ ਸਭ ਕਹਿ ਕੇ ਚੁੱਪ ਕਰ ਗਈ। ਪਾਪਾ ਕਹਿਣ ਲੱਗੇ ਕਿ ਇਸ ਤਰ੍ਹਾਂ ਕਿਸੇ ਗੈਰ ਮੁੰਡੇ ਨਾਲ ਗੱਲ ਕਰਨੀ ਚੰਗੀ ਨਹੀਂ। ਮੈਂ ਕਿਹਾ ਪਾਪਾ ਮੈਥੋਂ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ। ਪਾਪਾ ਕਹਿਣ ਲੱਗੇ ਕਿ ਉਸ ਮੁੰਡੇ ਨਾਲ ਮੇਰੀ ਗੱਲ ਕਰਵਾ। ਮੈਂ ਆਪਣੀ ਭੈਣ ਤੋਂ ਫੋਨ ਲੈ ਕੇ ਪਾਪਾ ਦੀ ਗੱਲ ਦੀਪ ਨਾਲ ਕਰਵਾਈ ਤਾਂ ਪਾਪਾ ਨੇ ਉਸ ਨੂੰ ਆਪਣੇ ਮੰਮੀ ਪਾਪਾ ਨਾਲ ਘਰ ਆਉਣ ਲਈ ਕਿਹਾ। ਪਾਪਾ ਮੈਨੂੰ ਕਹਿਣ ਲੱਗੇ ਕਿ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਲੋਕ ਹਨ, ਪਰ ਜੇ ਉਹ ਚੰਗੇ ਨਾ ਲੱਗੇ ਤਾਂ ਕੀ ਤੂੰ ਮੇਰਾ ਫੈਸਲਾ ਸਵੀਕਾਰ ਕਰੇਂਗੀ। ਮੈਂ ਰੋਂਦੇ ਹੋਏ ਕਿਹਾ ਕਿ ਪਾਪਾ ਮੈਨੂੰ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ। ਮੰਮੀ ਦਾ ਵਿਹਾਰ ਤਾਂ ਫਿਰ ਵੀ ਠੀਕ ਸੀ, ਪਰ ਮੇਰੀ ਭੈਣ ਮੈਨੂੰ ਇਸ ਤਰ੍ਹਾਂ ਵੇਖ ਰਹੀ ਸੀ ਜਿਵੇਂ ਹੁਣੇ ਮੈਨੂੰ ਖਾ ਜਾਵੇਗੀ। ਉਹ ਬਚਪਨ ਤੋਂ ਹੀ ਮੇਰੇ ਤੋਂ ਜਲਦੀ ਸੀ ਕਿਉਂਕਿ ਮੈਂ ਉਸ ਤੋਂ ਸੋਹਣੀ ਸੀ। ਉਹ ਹਮੇਸ਼ਾ ਮੇਰੀ ਛੋਟੀ ਗਲਤੀ ਵੀ ਪਾਪਾ ਨੂੰ ਵਧਾ ਚੜ੍ਹਾ ਕੇ ਦੱਸਦੀ, ਪਰ ਪਾਪਾ ਮੈਨੂੰ ਹਮੇਸ਼ਾ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੇ ਸਨ। ਅਗਲੇ ਦਿਨ ਦੀਪ ਆਪਣੇ ਮੰਮੀ ਪਾਪਾ ਨਾਲ ਘਰ ਆਇਆ। ਉਹ ਬਹੁਤ ਚੰਗੇ ਲੋਕ ਸਨ। ਮੈਨੂੰ ਵੀ ਉਹਨਾਂ ਨੇ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ। ਪਾਪਾ ਨੇ ਸੋਚਣ ਲਈ ਥੋੜ੍ਹਾ ਸਮਾਂ ਲਿਆ। ਫਿਰ ਪਾਪਾ ਨੇ ਦੀਪ ਦੇ ਖਾਨਦਾਨ ਬਾਰੇ ਛਾਣਬੀਣ ਕੀਤੀ ਤਾਂ ਪਾਪਾ ਨੂੰ ਸਭ ਠੀਕ ਲੱਗਿਆ ਤਾਂ ਉਹਨਾਂ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ। ਇਸ ਤਰ੍ਹਾਂ ਸਾਡਾ ਰਿਸ਼ਤਾ ਪੱਕਾ ਹੋ ਗਿਆ। ਪਰ ਮੇਰੀ ਭੈਣ ਮੇਰੀ ਦੁਸ਼ਮਣ ਬਣ ਗਈ ਸੀ। ਉਸ ਨੇ ਹਰ ਸੰਭਵ ਕੋਸ਼ਿਸ਼ ਕੀਤੀ ਮੇਰਾ ਰਿਸ਼ਤਾ ਤੜਵਾਉਣ ਦੀ। ਉਹ ਮੈਨੂੰ ਦੀਪ ਦੇ ਖਿਲਾਫ ਵੀ ਭੜਕਾਉਣ ਦੀ ਕੋਸ਼ਿਸ਼ ਕਰਦੀ। ਪਾਪਾ ਨੇ ਮੇਰੀ ਭੈਣ ਲਈ ਵੀ ਰਿਸ਼ਤਾ ਲੱਭ ਲਿਆ ਸੀ। ਪਾਪਾ ਦੀਆਂ ਨਜ਼ਰਾਂ ਵਿੱਚ ਚੰਗੀ ਬਣ ਲਈ ਉਸ ਨੇ ਇਸ ਰਿਸ਼ਤੇ ਨੂੰ ਹਾਂ ਕਰ ਦਿੱਤੀ। ਇਸ ਤਰ੍ਹਾਂ ਸਾਡਾ ਦੋਨਾਂ ਭੈਣਾਂ ਦਾ ਵਿਆਹ ਇੱਕ ਹੀ ਦਿਨ ਹੋ ਗਿਆ। ਮੈਂ ਦੀਪ ਨਾਲ ਬਹੁਤ ਖੁਸ਼ ਸੀ, ਪਰ ਮੇਰਾ ਆਪਣੀ ਭੈਣ ਨਾਲ ਕੋਈ ਸੰਬੰਧ ਨਹੀਂ ਸੀ। ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ। ਮੰਮੀ ਪਾਪਾ ਵੀ ਨਹੀਂ ਰਹੇ। ਫਿਰ ਇੱਕ ਦਿਨ ਮੇਰੀ ਭੈਣ ਨੇ ਮੈਨੂੰ ਫੋਨ ਕੀਤਾ ਤੇ ਮੇਰੇ ਤੋਂ ਆਪਣੀਆਂ ਗਲਤੀਆਂ ਦੀ ਮਾफ़ੀ ਮੰਗਣ ਲੱਗੀ। ਮੈਂ ਵੀ ਉਸ ਨੂੰ ਮਾफ़ ਕਰ ਦਿੱਤਾ ਸੀ। ਹੁਣ ਅਕਸਰ ਉਹ ਮੇਰੇ ਘਰ ਆ ਜਾਇਆ ਕਰਦੀ ਸੀ। ਉਹ ਬਹੁਤ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਸੀ। ਉਸ ਦਾ ਪਤੀ ਉਸ ਨੂੰ ਰੋਜ਼ ਮਾਰਦਾ ਸੀ। ਆਪਣੀ ਭੈਣ ਦੀਆਂ ਗੱਲਾਂ ਸੁਣ ਕੇ ਮੈਂ ਵੀ ਉਦਾਸ ਹੋ ਜਾਇਆ ਕਰਦੀ। ਪਰ ਜਦੋਂ ਦੀਪ ਨੂੰ ਪਤਾ ਚੱਲਿਆ ਕਿ ਮੇਰੀ ਭੈਣ ਘਰ ਆਈ ਸੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਕਿਹਾ ਸੀ ਕਿ ਤੇਰੀ ਭੈਣ ਦੀ ਨੀਅਤ ਚੰਗੀ ਨਹੀਂ ਆ, ਪਰ ਮੈਂ ਉਹਨਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੰਦੀ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਭੈਣ ਬਦਲ ਚੁੱਕੀ ਆ। ਹੁਣ ਜਦੋਂ ਮੇਰੀ ਭੈਣ ਨੇ ਮੈਨੂੰ ਆਪਣੇ ਪਤੀ ਦੇ ਕਮਰੇ ਵਿੱਚ ਭੇਜ ਕੇ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਮੈਨੂੰ ਦੀਪ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਉਹ ਸੱਚ ਹੀ ਕਹਿੰਦੇ ਸਨ। ਮੈਂ ਬਹੁਤ ਡਰ ਗਈ ਸੀ। ਜਦੋਂ ਮੇਰਾ ਜੀਜਾ ਮੇਰੇ ਵੱਲ ਵਧਿਆ ਤਾਂ ਮੈਂ ਘਬਰਾ ਗਈ, ਪਰ ਉਹ ਮੈਨੂੰ ਕਹਿਣ ਲੱਗਿਆ ਕਿ ਘਬਰਾ ਨਾ, ਤੂੰ ਮੇਰੀ ਭੈਣਾਂ ਵਰਗੀ ਆ, ਮੈਂ ਤੈਨੂੰ ਘਰ ਛੱਡ ਆਉਂਦਾ ਹਾਂ। ਮੈਨੂੰ ਹੈਰਾਨੀ ਹੋਈ। ਮੈਂ ਕਿਹਾ ਮੈਂ ਤੁਹਾਡਾ ਕਿਵੇਂ ਯਕੀਨ ਕਰ ਸਕਦੀ ਹਾਂ। ਮੇਰੀ ਭੈਣ ਦੀ ਜ਼ਿੰਦਗੀ ਤਾਂ ਤੁਸੀਂ ਬਰਬਾਦ ਕਰ ਦਿੱਤੀ ਆ। ਉਸ 'ਤੇ ਇੰਨਾ ਜ਼ੁਲਮ ਕਰਦੇ ਹੋ। ਉਸ ਨੇ ਠੰਡਾ ਹੌਕਾ ਲਿਆ ਤੇ ਕਿਹਾ ਕਿ ਜ਼ਿੰਦਗੀ ਤਾਂ ਮੇਰੀ ਬਰਬਾਦ ਕਰ ਦਿੱਤੀ ਆ ਤੇਰੀ ਭੈਣ ਨੇ। ਉਹ ਹਰ ਸਮੇਂ ਮੇਰੇ 'ਤੇ ਝੂਠੇ ਇਲਜ਼ਾਮ ਲਾਉਂਦੀ ਆ। ਮੈਂ ਅੱਜ ਤੱਕ ਉਸ 'ਤੇ ਹੱਥ ਨਹੀਂ ਉਠਾਇਆ। ਉਹ ਖੁਦ ਹੀ ਆਪਣੇ ਆਪ ਨੂੰ ਜ਼ਖਮੀ ਕਰ ਲੈਂਦੀ ਆ। ਮੈਨੂੰ ਨਹੀਂ ਪਤਾ ਉਹ ਕਿਸ ਨੀਅਤ ਨਾਲ ਤੇਰੇ ਘਰ ਜਾਂਦੀ ਆ। ਅੱਜ ਮੈਨੂੰ ਕਹਿਣ ਲੱਗੀ ਕਿ ਤੇਰੇ ਲਈ ਇੱਕ ਤੋਹਫਾ ਛੱਡ ਕੇ ਚੱਲੀ ਆ। ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਤੇਰੇ ਬਾਰੇ ਗੱਲ ਕਰ ਰਹੀ ਸੀ। ਮੈਂ ਉਸ ਨੂੰ ਤਲਾਕ ਦੇਣ ਬਾਰੇ ਬਹੁਤ ਸੋਚਿਆ, ਪਰ ਤੇਰੇ ਮਾਂ-ਪਿਓ ਦਾ ਚਿਹਰਾ ਮੇਰੇ ਮੂਹਰੇ ਆ ਜਾਂਦਾ। ਅਸਲ ਗੱਲ ਤਾਂ ਇਹ ਹੈ ਕਿ ਪਹਿਲਾਂ ਮੇਰੀ ਆਮਦਨੀ ਚੰਗੀ ਸੀ। ਮੈਂ ਤੇਰੀ ਭੈਣ ਦੀ ਹਰ ਇੱਛਾ ਪੂਰੀ ਕਰਦਾ ਸੀ, ਪਰ ਹੁਣ ਮੇਰਾ ਕੰਮ ਚੰਗਾ ਨਹੀਂ ਚੱਲ ਰਿਹਾ।
ਹੁਣ ਉਹ ਖੁਦ ਮੈਥੋਂ ਤਲਾਕ ਲੈਣਾ ਚਾਹੁੰਦੀ ਆ। ਹੁਣ ਤਾਂ ਮੈਨੂੰ ਵੀ ਕੋਈ ਇਤਰਾਜ਼ ਨਹੀਂ ਆ। ਉਸ ਨੂੰ ਤਲਾਕ ਦੇ ਕੇ ਥੋੜ੍ਹਾ ਸਕੂਨ ਹਾਸਲ ਕਰਨਾ ਚਾਹੁੰਦਾ ਆ। ਮੈਂ ਮੇਰੇ ਜੀਜੇ ਨਾਲ ਆਪਣੇ ਘਰ ਆ ਗਈ, ਪਰ ਸਾਹਮਣੇ ਦਾ ਨਜ਼ਾਰਾ ਵੇਖ ਕੇ ਅਸੀਂ ਦੋਨੋਂ ਹੈਰਾਨ ਰਹਿ ਗਏ। ਮੇਰੀ ਭੈਣ ਦੀਪ ਨੂੰ ਮੇਰੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਉਸਨੇ ਸਾਨੂੰ ਦੇਖਿਆ ਤਾਂ ਉਹ ਘਬਰਾ ਗਈ। ਮੇਰੇ ਪਤੀ ਮੈਨੂੰ ਪੁੱਛਣ ਲੱਗੇ ਕਿ ਤੂੰ ਕਿੱਥੇ ਗਈ ਸੀ, ਤਾਂ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਮੈਂ ਦੇ ਦਿੱਤੇ। ਦੀਪ ਕਹਿਣ ਲੱਗੇ ਕਿ ਮੈਂ ਪਹਿਲਾਂ ਹੀ ਕਿਹਾ ਸੀ ਤੇਰੀ ਭੈਣ ਭਰੋਸੇ ਦੇ ਲਾਇਕ ਨਹੀਂ ਆ। ਇਹ ਚਾਹੁੰਦੀ ਸੀ ਕਿ ਮੈਂ ਤੈਨੂੰ ਛੱਡ ਕੇ ਇਸ ਨਾਲ ਵਿਆਹ ਕਰਵਾ ਲਵਾਂਗਾ। ਇਸ ਲਈ ਤੇਰੇ ਤੇ ਝੂਠੇ ਇਲਜ਼ਾਮ ਲਗਾ ਰਹੀ ਸੀ। ਮੈਂ ਆਪਣੀ ਭੈਣ ਦੇ ਮੂੰਹ ਤੇ ਇੱਕ ਥੱਪੜ ਜੜ ਦਿੱਤਾ। ਮੇਰੀ ਭੈਣ ਦਾ ਤਲਾਕ ਹੋ ਗਿਆ ਤੇ ਹੁਣ ਉਹ ਭੂਆ ਦੇ ਘਰ ਰਹਿੰਦੀ ਆ ਤੇ ਉਹਨਾਂ ਦਾ ਸਾਰਾ ਕੰਮ ਕਰਦੀ ਆ। ਫਿਰ ਕਿਤੇ ਜਾ ਕੇ ਉਸ ਨੂੰ ਰੋਟੀ ਖਾਣ ਨੂੰ ਮਿਲਦੀ ਆ। ਇਹ ਸਭ ਸੁਣ ਕੇ ਮੈਨੂੰ ਬਹੁਤ ਦੁੱਖ ਹੁੰਦਾ ਆ। ਕਦੇ ਦਿਲ ਕਰਦਾ ਹੈ ਉਸ ਨੂੰ ਮਾਫ਼ ਕਰ ਦੇਵਾਂ, ਪਰ ਡਰ ਵੀ ਲੱਗਦਾ ਆ ਕਿਤੇ ਉਹ ਫਿਰ ਤੋਂ ਮੈਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਉਹ ਸ਼ੁਰੂ ਤੋਂ ਹੀ ਮੇਰੇ ਤੋਂ ਜਲਦੀ ਆਈ ਆ। ਪਰ ਮੈਂ ਫਿਰ ਵੀ ਰੱਬ ਅੱਗੇ ਉਸ ਲਈ ਦੁਆ ਕਰਦੀ ਹਾਂ ਕਿ ਰੱਬ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਦੇਵੇ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।